ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਨ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਨ ਹਿਰਦੈ ਨਿਤ ਧਿਆਨ ਗੁਰ ਰਾਮਦਾਸ ਗੁਣ ਗਾਵ ਗੁਰ ਅਰਜਨ ਬਿਘਨ ਨ ਕੇ ਨਾਸਕ ਬਿਘਨ ਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾ ਬਾਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼
ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਅਤਰ ਮਾਨ ਕਹਿ ਪ੍ਰਿਥਮ ਮੈਂ ਅਸ ਜਾਣਿਓ ਮਨ ਮਾਹੇ। ਬੁੱਤ ਪ੍ਰਸਤ ਕੋ ਹਿੰਦੂ ਹੈ ਤਿਨਕੇ ਸਮ ਇਹ ਨਾਹੀ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਦਰ ਮਾਨ ਕਹਿ ਪ੍ਰਿਥਮ ਮੈਂ ਅਸ ਜਾਣਿਓ ਮਨ ਮਾਹੇ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਦੋਂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਅਬਦੁਲ ਰਹਿਮਾਨ ਦਾ ਹੰਕਾਰ ਤੋੜਿਆ, ਉਹਨੂੰ ਸਮੱਤ ਦਿੱਤੀ। ਅਬਦੁਲ ਰਹਿਮਾਨ ਹੁਣ ਨਿਮਰਤਾ ਵਿੱਚ ਆਇਆ ਹੋਇਆ, ਸਤਿਗੁਰੂ ਦੇ ਚਰਨਾਂ ਵਿੱਚ ਸਿਰ ਰੱਖ ਕੇ ਹੱਥ ਜੋੜ ਕੇ ਬੇਨਤੀਆਂ ਕਰ ਰਿਹਾ ਹੈ ਕਿ ਸਤਿਗੁਰੂ ਜੀ, ਅਸਲ ਵਿੱਚ ਪਹਿਲੋਂ ਤਾਂ ਮੈਂ ਇਹ ਸਮਝਦਾ ਸੀ ਕਿ ਪ੍ਰਿਥਮ ਮੈਂ ਅਸ ਜਾਣਿਓ ਮਨ ਮਾਹੇ। ਬੁੱਤ ਪ੍ਰਸਤ ਕੋ ਹਿੰਦੂ ਹੈ, ਕਿ ਜਿਵੇਂ ਆਮ ਬੁੱਤ ਪ੍ਰਸਤ ਹਿੰਦੂ ਨੇ, ਮੈਂ ਸਮਝਿਆ ਕਿ ਆਪ ਜੀ ਵੀ ਉਸੇ ਤਰ੍ਹਾਂ ਕੇਵਲ ਮੂਰਤੀਆਂ ਦੇ ਅੱਗੇ ਮੱਥਾ ਟੇਕਣ ਵਾਲੀ ਬੁੱਤ ਪ੍ਰਸਤੀ ਹੋ। ਪਰ ਹੁਣ ਸਮਝ ਵਿੱਚ ਆਈ ਹੈ ਤਿਨਕੇ ਸਮੇਂ ਨਾਹੀਂ, ਤੁਸੀਂ ਉਹਨਾਂ ਵਰਗੇ ਨਹੀਂ। ਹਿੰਦੂ ਤੁਰਕ ਤੇ ਇਹ ਨਿਰਾਲਾ, ਸ੍ਰੀ ਨਾਨਕ ਸਮਤੋ ਵਿਸਾਲਾ। ਤੇ ਸਤਿਗੁਰੂ ਜੀ ਹੁਣ ਇਹ ਵੀ ਸਮਝ ਆ ਗਈ ਹੈ ਕਿ ਜਿਹੜੇ ਮੇਰੇ ਵਰਗੇ ਤੁਰਕ ਆਪਣੇ ਆਪ ਨੂੰ ਇਸਲਾਮ ਦੇ ਬੜੇ ਵੱਡੇ ਭਗਤ ਖਵਾਉਂਦੇ ਨੇ, ਪਹਿਰਾਵੇ ਵਾਲੇ ਵਿਖਾਲੇ ਵਾਲੇ, ਤੁਸੀਂ ਉਹਨਾਂ ਤੁਰਕਾਂ, ਉਹਨਾਂ ਮੁਸਲਮਾਨਾਂ ਵਰਗੇ ਵੀ ਨਹੀਂ, ਉਹਨਾਂ ਹਿੰਦੂਆਂ ਵਰਗੇ ਵੀ ਨਹੀਂ। ਤੁਸੀਂ ਇਹਨਾਂ ਦੋਵਾਂ ਤੋਂ ਵੱਖਰੇ ਜੇ। ਤੇ ਤੁਹਾਡੀ ਜਿਹੜੀ ਮੱਤ ਹੈ ਉਹ ਬੜੀ ਉੱਚੀ ਹੈ। ਸ੍ਰੀ ਨਾਨਕ ਸਮਤੋ ਵਿਸਾਲਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਹੁਣ ਸਮਝੇ ਵਿੱਚ ਆਏ ਕਿ ਤੁਹਾਡੀ ਮੱਤ ਸਭ ਤੋਂ ਉੱਚੀ ਹੈ। ਇਨ ਕੀ ਕੌਣ ਕਰੇ ਸਮਤਾਈ, ਮਿਲੇ ਜਬ ਤਬਹਿ ਸੁਧ ਪਾਈ। ਹੁਣ ਅਬਦੁਲ ਰਹਿਮਾਨ ਕਹਿੰਦਾ ਕਿਉਂਕਿ ਸਤਿਗੁਰੂ ਜੀ ਪਹਿਲੋਂ ਕਦੇ ਮਿਲੇ ਹੀ ਨਹੀਂ ਸਨ, ਇਸ ਕਰਕੇ ਹੰਕਾਰ ਦੇ ਵਿੱਚ ਆ ਕੇ ਵੀ ਬੋਲ ਗਏ। ਹੁਣ ਸਮਝ ਲੱਗੇ ਕਿ ਮੈਂ ਤੇ ਕੀ, ਆਪ ਜੀ ਦੇ ਬਰਾਬਰੀ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਕਰ ਸਕਦਾ। ਹੁਣ ਮਿਲੇ ਹਾਂ, ਹੁਣ ਤੁਹਾਡੇ ਦਰਸ਼ਨ ਹੋਏ ਨੇ, ਹੁਣ ਸਮਝ ਪਈ ਹੈ। ਤਹਿ ਤ੍ਰਿਗ ਬ੍ਰਿੰਦ ਹੁਤੇ ਨਰ ਜੇਊ, ਚਰਨ ਕਮਲ ਬੰਦਤ ਪੇਤੇਊ। ਅਬਦੁਲ ਰਹਿਮਾਨ ਦੇ ਨੇੜੇ ਹੋਰ ਜਿਹੜੇ ਉਹਦੇ ਚੇਲੇ ਰਹਿੰਦੇ ਸਨ,
ਜਦੋਂ ਉਹਨਾਂ ਦੇਖਿਆ ਕਿ ਅਬਦੁਲ ਰਹਿਮਾਨ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਟੇਕ ਦਿੱਤਾ ਹੈ, ਤੇ ਫਿਰ ਹੁਣ ਅਸੀਂ ਪਿੱਛੇ ਕਿਉਂ ਰਹੀਏ। ਉਹਦੇ ਸਾਰੇ ਚੇਲਿਆਂ ਨੇ ਵੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਵਾਰੀ-ਵਾਰੀ ਮੱਥਾ ਟੇਕਿਆ। ਗੁਰੂ ਬਣਿਓ ਖੁਦਾਏ ਜੇ ਪਿਆਰੇ, ਖੌਫ ਖੁਦਾਏ ਸੋ ਉਰ ਮੈਂ ਧਾਰੇ। ਸਤਿਗੁਰੂ ਜੀ ਨੇ ਸਾਰਿਆਂ ਨੂੰ ਸਾਂਝੇ ਬਚਨ ਕਹੇ। ਕਹਿਣ ਲੱਗੇ, ਭਾਈ ਜੇ ਖੁਦਾ ਨੂੰ ਪਿਆਰ ਕਰਦੇ ਹੋ ਨਾ, ਤੇ ਬਸ ਇੱਕ ਗੱਲ ਹਮੇਸ਼ਾ ਰੱਖਿਓ, ਉਸ ਖੁਦਾ ਦਾ ਖੌਫ ਆਪਣੇ ਅੰਦਰੋਂ ਕਦੇ ਨਾ ਕੱਢਿਓ। ਉਹ ਖੌਫ ਡਰ ਵਾਲਾ ਵੀ ਹੋਵੇ, ਅਦਬ ਵਾਲਾ ਵੀ ਹੋਵੇ। ਕਬਹਿ ਗਾਫਲੀ ਭੂਲ ਨ ਕਰ ਹੈ, ਨਿਸ ਦਿਨ ਉਰਮ ਹੈ ਡਰ ਕੋ ਧਰ ਹੈ। ਜੇ ਸੱਚਮੁੱਚ ਆਪਣੇ ਅੱਲਾ ਨੂੰ ਪਿਆਰ ਕਰਦੇ ਹੋ ਤੇ ਕਦੇ ਵੀ ਗਾਫਲ ਦੀ ਨੀਂਦ ਨਹੀਂ ਸੌਣਾ, ਸੁਸਤ ਨਹੀਂ ਹੋਣਾ, ਵਿਕਾਰਾਂ ਵਾਲੇ ਪਾਸੇ ਨਹੀਂ ਫਸਣਾ। ਵਿਕਾਰਾਂ ਤੋਂ ਹਮੇਸ਼ਾ ਸੁਚੇਤ ਰਹਿਣਾ, ਜਾਗਦੇ ਰਹਿਣਾ ਹੈ। ਨਿਸ ਦਿਨ ਉਰਮ ਹੈ ਡਰ ਕੋ ਧਰ ਹੋ। ਦਿਨ ਰਾਤ ਉਸ ਖੁਦਾ ਦੇ ਡਰ ਨੂੰ ਵੀ ਆਪਣੇ ਅੰਦਰ ਟਿਕਾਉਣਾ ਹੈ, ਪਿਆਰ ਨੂੰ ਵੀ ਟਿਕਾਉਣਾ ਹੈ, ਔਰ ਖੁਦਾ ਦੇ ਡਰ ਨੂੰ ਵੀ ਟਿਕਾ ਕੇ ਰੱਖਣਾ ਹੈ। ਸਿਮਰਨ ਪ੍ਰੇਮ ਭਗਤ ਮੈਂ ਹੈ ਰਾਤੇ, ਉਚਤਾ ਪਾਏ ਨੀਚ ਹੈ ਵਿਜਾਤੇ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਜਿਹੜੇ ਪ੍ਰੇਮਾ ਭਗਤੀ ਦੇ ਵਿੱਚ ਭਿੱਜ ਕੇ ਉਹਦਾ ਸਿਮਰਨ ਕਰਦੇ ਨੇ ਨਾ, ਉਹ ਇਸ ਤਰ੍ਹਾਂ ਹੁੰਦੇ ਨੇ ਜਿਵੇਂ ਨੀਚ ਤੋਂ ਬੜੇ ਉੱਤਮ ਤੇ ਬੜੇ ਉੱਚੇ ਹੋ ਗਏ ਹੋਣ। ਜਿਹਨੂੰ ਭਗਤ ਜੀ ਬਾਣੀ ਵਿੱਚ ਵੀ ਕਹਿੰਦੇ ਨੇ ਕਿ ਇਹ ਸਮਝ ਉਦੋਂ ਹੀ ਲੱਗਦੇ ਜਦੋਂ ਉਹਦੇ ਹੋ ਜਾਈਏ। ਭਗਤ ਜੀ ਕਹਿੰਦੇ ਨੇ, ਦੁਨੀਆ ਦੇ ਲੋਕ ਸਾਨੂੰ ਨੀਵੀਂ ਜਾਤੀ ਦਾ ਕਹਿੰਦੇ ਸਨ, ਨੀਚ ਕਹਿੰਦੇ ਸਨ, ਪਰ ਜਦੋਂ ਆਪਣੇ ਮਾਲਕ ਦਾ ਸਿਮਰਨ ਕੀਤਾ, ਸਮਝ ਲੱਗੀ ਕਿ ਮੇਰਾ ਮਾਲਕ ਜਿੰਦੇ ਹਿਰਦੇ ਵਿੱਚ ਵਸ ਜੇ, ਜਿਹੜਾ ਉਹਦਾ ਸਿਮਰਨ ਕਰਦੇ, ਨੀਚੋਂ ਊਚ ਕਰੇ ਮੇਰਾ ਗੋਬਿੰਦ। ਉਹ ਨੀਚਿਆਂ ਤੋਂ ਉੱਚੇ ਵੀ ਕਰਦਾ ਹੈ, ਔਰ ਸਭ ਤੋਂ ਉੱਚਾ ਕਰਦਾ ਹੈ। ਉੱਚਾ ਉਹੀ ਹੈ ਜਿੰਦੇ ਅੰਦਰ ਸਿਮਰਨ ਹੈ। ਹੁਣ ਸਤਿਗੁਰੂ ਜੀ ਕਹਿੰਦੇ ਨੇ, ਉਹ ਮਾਲਕ ਨੀਚ ਤੋਂ ਉੱਚ ਕਰਨ ਵਾਲਾ ਹੈ। ਯੋਂ ਮਿਲ ਕੇ ਹਰ ਖਾਏ ਔਰ ਗਾ ਤਬ ਅਪਦਰੈ ਮਾਨ। ਇਸ ਤਰ੍ਹਾਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਮਿਲ ਕੇ ਜਿੱਥੇ ਅਬਦੁਲ ਰਹਿਮਾਨ ਖੁਸ਼ ਹੋਇਆ, ਪ੍ਰਸੰਨ ਹੋਇਆ, ਅਬਦੁਲ ਰਹਿਮਾਨ ਦੇ ਅੱਗੇ ਚੇਲੇ ਜਿਹੜੇ ਨੇ ਉਹ ਉਸ ਤੋਂ ਵੀ ਜ਼ਿਆਦਾ ਪ੍ਰਸੰਨ ਹੋਏ ਕਿ ਅਸੀਂ ਤੇ ਅਬਦੁਲ ਰਹਿਮਾਨ ਨੂੰ ਸਭ ਕੁਝ ਸਮਝ ਬੈਠੇ ਸਾਂ, ਪਰ ਹੁਣ ਸਮਝ ਲੱਗੀ ਕਿ ਰੱਬ ਦਾ, ਪਰਮੇਸ਼ਰ ਦਾ ਭੇਜਿਆ ਹੋਇਆ ਉਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਸਰੀਰ ਧਾਰਨ ਕੀਤਾ, ਉਹ ਪੀਰਾਂ ਦਾ ਪੀਰ ਹੈ, ਉਹ ਦੇਵਾਂ ਦਾ ਦੇਵ ਹੈ। ਸ੍ਰੀ ਗੁਰ ਕੇ ਸਮੀਪ ਹੈਵ ਕਹਿਓ ਉਭਾਰੇ ਖਾਨ। ਕਿਉਂਕਿ ਉਹ ਉਭਾਰੇ ਖਾਨ ਨੇ ਤਾਂ ਗੁਰੂ ਸਾਹਿਬ ਦੀ ਸਿੱਖੀ ਪ੍ਰਾਪਤ ਕਰ ਲਈ ਹੈ, ਗੁਰੂ ਸਾਹਿਬ ਦਾ ਚੇਲਾ ਬਣ ਗਿਆ ਹੈ, ਗੁਰੂ ਸਾਹਿਬ ਜੀ ਨੂੰ ਆਪਣਾ ਪੀਰ ਮੰਨ ਲਿਆ ਹੈ। ਉਭਾਰੇ ਖਾਨ ਨੇ ਗੁਰੂ ਸਾਹਿਬ ਦੇ ਸਾਹਮਣੇ ਹੱਥ ਜੋੜ ਕੇ ਫਿਰ ਬੇਨਤੀ ਕੀਤੀ, ਕਿਰਪਾ ਨਿਧਾਨ ਭਾਉ ਕੇ ਪਿਆਰੇ, ਗੰਜਨ ਗਰਭ ਸੋ ਮੁਕਤ ਉਧਾਰੇ। ਉਭਾਰੇ ਖਾਨ ਕਹਿੰਦਾ, ਹੇ ਸਤਿਗੁਰੂ, ਦੁੱਖਾਂ ਦੇ ਨਾਸ਼ ਕਰਨ ਵਾਲੇ, ਹੇ ਮੁਕਤੀ ਦੇ ਦਾਤੇ ਸਤਿਗੁਰੂ ਜੀ, ਪਾਇਨ ਸੋ ਪਾਵਨ ਮਮ ਧੰਮ, ਕਰੋ ਆਪ ਨਿਸਪੇ ਬਿਸਰਮ। ਉਭਾਰੇ ਖਾਨ ਕਹਿੰਦਾ, ਸਤਿਗੁਰੂ ਜੀ ਹੁਣ ਸਾਡੇ ਪਿੰਡ ਵਿੱਚ ਆਏ ਹੋ ਤੇ ਕਿਰਪਾ ਕਰੋ, ਆਪਣੇ ਇਸ ਸੇਵਕ ਦੇ ਘਰ ਵਿੱਚ ਜਾ ਕੇ ਉਸ ਘਰ ਨੂੰ ਪਵਿੱਤਰ ਕਰੋ, ਘਰ ਦੇ ਵਿੱਚ ਵੀ ਚਰਨ ਪਾਓ, ਔਰ ਬੇਨਤੀ ਹੈ ਕਿ ਅੱਜ ਦੀ ਰਾਤ ਇੱਥੇ ਰਹਿ ਕੇ ਨਾਲੇ ਘਰ ਦੇ ਵਿੱਚ ਵਿਸ਼ਰਾਮ ਕਰੋ, ਨਾਲੇ ਇਸ ਘਰ ਨੂੰ ਪਵਿੱਤਰ ਤੇ ਪਾਵਨ ਕਰੋ। ਸੁਣ ਕੈ ਬਿਨਤੇ ਡੇਰਾ ਕੀਨਾ, ਸ਼ੁਭ ਸਥਾਨ ਪ੍ਰਭ ਕੋ ਆਸੀਨਾ। ਉਭਾਰੇ ਖਾਨ ਦੀ ਬੇਨਤੀ ਸੁਣ ਕੇ, ਪਿਆਰ ਵੇਖ ਕੇ ਸਤਿਗੁਰੂ ਜੀ ਨੇ ਉਭਾਰੇ ਖਾਨ ਦੇ ਘਰ ਜਾ ਕੇ ਡੇਰਾ ਕੀਤਾ। ਉਭਾਰੇ ਖਾਨ ਨੇ ਆਪਣੇ ਵੱਲੋਂ ਸਭ ਤੋਂ ਸੋਹਣੀ ਥਾਂ, ਸੋਹਣਾ ਪਲੰਗ ਬੜੇ ਸਤਿਕਾਰ ਦੇ ਨਾਲ ਧੰਨ ਗੁਰੂ ਨਾਨਕ ਦੇਵ ਜੀ ਨੂੰ, ਭਾਈ ਬਾਲਾ ਜੀ ਨੂੰ ਬਿਠਾਇਆ ਹੈ। ਤਿਜ ਬੁਲਵਾਏ ਬਣਾਏ ਆਹਾਰਾ, ਕਰ ਸੋ ਪਕਰ ਸੋ ਪੈਰ ਪਕਾਰਾ। ਘਰ ਦੇ ਵਿੱਚ ਲੰਗਰ ਤਿਆਰ ਕੀਤਾ ਗਿਆ,
ਉਬਾਰੇ ਖਾਨ ਨੇ ਆਪਣੇ ਹੱਥਾਂ ਦੇ ਨਾਲ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਧੁਆਏ, ਹੱਥ ਧੁਆਏ। ਦਵੈ ਦਿਓਸਣ ਲੋ ਸਤਨ ਰਹੇ ਤੇ, ਜਾਗੇ ਮਸਤਕ ਭਾਗ ਬੜੇ ਜਿਹੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਉਬਾਰੇ ਖਾਨ ਦੇ ਮਸਤਕ ਦੇ ਭਾਗ ਬੜੇ ਵੱਡੇ ਸਨ। ਇਹ ਕਹਿ ਕੇ ਜਿਹੜੇ ਵੱਡੇ ਭਾਗ ਸਨ ਗੁਰੂ ਸਾਹਿਬ ਦੇ ਕਿਰਪਾ ਨਾਲ ਉਹ ਜਾਗ ਪਏ। ਸਤਿਗੁਰੂ ਜੀ 2 ਦਿਨ ਉਬਾਰੇ ਖਾਨ ਦੇ ਘਰ ਦੇ ਵਿੱਚ ਰਹੇ। ਪੁਨ ਕਰਤਾਰਪੁਰੇ ਚਲ ਆਏ, ਜਿਨ ਅਹੰਕਾਰੀ ਪੈਰੀ ਪਾਏ। ਕਹਿੰਦੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਹ ਸਮਰੱਥ ਗੁਰੂ ਨੇ ਜਿਨ੍ਹਾਂ ਨੇ ਵੱਡੇ ਵੱਡੇ ਹੰਕਾਰੀਆਂ ਨੂੰ ਝੁਕਾਇਆ ਹੈ। ਉਹ ਸਤਿਗੁਰੂ ਉਥੋਂ ਫਿਰ ਪਰਤ ਕੇ ਆਪਣੇ ਪਿੰਡ ਨਗਰ ਕਰਤਾਰਪੁਰ ਸਾਹਿਬ ਦੇ ਵਿੱਚ ਵਾਪਸ ਆਏ ਨੇ। ਇੱਥੇ ਕਵੀ ਰਾਜ ਨੇ ਅਧਿਆਇ ਖਤਮ ਕੀਤਾ ਹੈ। ਫਿਰ ਅਗਲਾ ਅਧਿਆਇ ਇੱਥੋਂ ਸ਼ੁਰੂ ਕਰਦੇ ਲਿਖਦੇ ਨੇ। ਸ਼੍ਰੀ ਅੰਗਦ ਜੀ ਸੁਣੋ ਕਹਾਣੀ, ਰਹੇ ਗ੍ਰਾਮ ਨਿਜ ਜਿਹੜੇ ਸ੍ਰੀ ਗੁਣਖਾਨੀ। ਅਗਲਾ ਅਧਿਆਇ ਸ਼ੁਰੂ ਕਰਦੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਦੇਵ ਜੀ ਨੂੰ ਕਥਾ ਸੁਣਾ ਰਹੇ ਸਨ ਤੇ ਭਾਈ ਬਾਲਾ ਜੀ ਕਹਿੰਦੇ ਨੇ ਇਹ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਹੁਣ ਅਗਲੇ ਕਹਾਣੀ ਅਗਲਾ ਇਤਿਹਾਸ ਸੁਣੋ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਪਿੰਡ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਫਿਰ ਟਿਕ ਗਏ। ਬੀਤਤ ਭਇਓ ਕਿਤਕ ਤਹਿ ਕਾਲਾ, ਮਹਿਮਾ ਜਹ ਤਹਿ ਬੜੀ ਵਿਸਾਲਾ। ਕਹਿੰਦੇ ਇਸੇ ਤਰ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਰਹਿੰਦਿਆਂ ਕਾਫੀ ਸਮਾਂ ਫਿਰ ਬਤੀਤ ਹੋਇਆ ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਜਿਹੜੀ ਹੈ ਉਹ ਦੂਰ ਦੂਰ ਤੱਕ ਫੈਲ ਗਈ। ਦਰਸ਼ਨ ਕਰਨ ਹੇਤ ਨਰ ਆਵੇ, ਧਰੇ ਕਾਮਨਾ ਫਲ ਕੋ ਪਾਵੇ। ਜਿਹੜੀਆਂ ਸਿੱਖ ਸੰਗਤਾਂ ਨੇ ਦੂਰੋਂ ਦੂਰੋਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ, ਆਪਣੇ ਮਨ ਦੇ ਵਿੱਚ ਜਿਹੜੇ ਵੀ ਕਾਮਨਾ ਕੋਈ ਲੈ ਕੇ ਆਉਂਦਾ ਹੈ ਉਹ ਕਾਮਨਾ ਧੰਨ ਗੁਰੂ ਨਾਨਕ ਸਾਹਿਬ ਦੇ ਦਰ 'ਤੇ ਆ ਕੇ ਪੂਰੀ ਹੁੰਦੀ ਹੈ। ਮਨੋ ਪ੍ਰਕਾਸ਼ੇ ਕੀਰਤ ਜਉਨਾ, ਪਸਰੇ ਭਲੇ ਚੌਦਹੂੰ ਭਉਨਾ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਇਸ ਤਰ੍ਹਾਂ ਫੈਲੀ ਕਿ ਜਿਵੇਂ 14 ਦਾ ਚੰਦਰਮਾ ਹੋਵੇ, ਐਨ ਪੂਰਨਮਾਸ਼ੀ ਵਰਗਾ ਚੰਦਰਮਾ ਹੋਵੇ ਕਿ ਸਾਰੇ ਪਾਸੇ ਜਿਵੇਂ ਚੰਦਰਮਾ ਦਾ ਪ੍ਰਕਾਸ਼ ਹੈ। ਚੰਦਰਮਾ ਦੇ ਪ੍ਰਕਾਸ਼ ਤੇ ਇੱਕ ਧਰਤੀ 'ਤੇ ਹੋਵੇਗਾ, ਅੱਧੀ ਧਰਤੀ 'ਤੇ ਹੋਵੇਗਾ, ਪਰ ਕਹਿੰਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਐਸਾ ਪ੍ਰਕਾਸ਼ ਕਿ ਇੱਕ ਲੋਕ ਦੇ ਵਿੱਚ ਨਹੀਂ 14 ਲੋਕਾਂ ਦੇ ਵਿੱਚ ਪ੍ਰਕਾਸ਼ਮਨ ਹੋਇਆ। ਸੰਤ ਚਕੋਰ ਹਿਰਦੈ ਹਰਿ ਖਾਏ, ਦੰਭ ਦੁਹਾਗਣ ਕੋ ਦੁਖਦਾਏ। ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜਿਨ੍ਹਾਂ ਨੇ ਵੀ ਦਰਸ਼ਨ ਕੀਤੇ, ਜਿਹੜੇ ਤੇ ਸੰਤ ਸਰੂਪ ਸਨ ਜਾਂ ਜਿਹੜੇ ਸੰਤ ਬਣਨਾ ਚਾਹੁੰਦੇ ਸਨ, ਉਹ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਬੜੇ ਪ੍ਰਸੰਨ ਹੋਏ। ਪਰ ਦੂਜੇ ਪਾਸੇ ਜਿਹੜੇ ਦੰਭੀ ਨੇ, ਪਖੰਡੀ ਨੇ, ਜਿਨ੍ਹਾਂ ਨੂੰ ਦੁਹਾਗਣ ਸ਼ਬਦ ਵਰਤਿਆ, ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਜਾਂ ਗੁਰੂ ਸਾਹਿਬ ਦੇ ਜਾਣ ਕਰਕੇ ਦੁਖੀ ਵੀ ਬੜੇ ਹੋਏ। ਨਿੰਦਕ ਚਕਵੇ ਪੀਰਾ ਪਾਏ, ਉਡਗਣ ਸਿੱਖ ਸਹਿਤ ਸੁਹਾਈ। ਕਹਿੰਦੇ ਜਿਹੜੇ ਨਿੰਦਕ ਨੇ ਉਹ ਚਕਵੇ ਦੀ ਤਰ੍ਹਾਂ ਦੁਖੀ ਵੀ ਹੁੰਦੇ ਨੇ, ਪਰ ਜਿਹੜੇ ਗੁਰੂ ਕੇ ਸਿੱਖ ਪਿਆਰ ਵਾਲੇ ਨੇ ਉਹ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਰਹਿ ਕੇ ਗੁਰੂ ਸਾਹਿਬ ਦੀ ਉਸ ਚਾਂਦਨੀ ਦਾ ਨਿੱਘ ਮਾਣਦੇ ਨੇ। ਹਿੰਦੂ ਤੁਰਕ ਅਧਿਕ ਚਲੇ ਆਵੇ, ਸ੍ਰੀ ਨਾਨਕ ਕੇ ਚਰਨ ਮਨਾਵੇ। ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਹਿੰਦੂ ਵੀ ਆਉਂਦੇ ਨੇ, ਮੁਸਲਮਾਨ ਵੀ ਆਉਂਦੇ ਨੇ, ਸਾਰੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਦੇ ਨੇ। ਕੋਈ ਉਹਨਾਂ ਨੂੰ ਆਪਣਾ ਦੇਵ ਕਹਿ ਰਿਹਾ ਹੈ, ਗੁਰੂ ਕਹਿ ਰਿਹਾ ਹੈ, ਕੋਈ ਉਹਨਾਂ ਨੂੰ ਆਪਣਾ ਪੀਰ ਕਹਿ ਰਿਹਾ ਹੈ। ਏਕ ਮੁਰੀਦ ਸਿੱਖ ਇੱਕ ਹੋਵੇ, ਦਰਸ਼ਨ ਪਰਸਤ ਕਲਮਲ ਖੂਵੈ। ਕਈ ਉਹ ਆਉਂਦੇ ਨੇ ਜਿਹੜੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਮੁਰੀਦ ਹੋ ਜਾਂਦੇ ਨੇ, ਚੇਲੇ ਬਣ ਜਾਂਦੇ ਨੇ।
ਤੇ ਇਹ ਸ਼ਬਦ ਉਹਨਾਂ ਨੇ ਵਰਤੇ ਗਏ ਜਿਹੜੇ ਮੁਸਲਮਾਨ ਵੀਰ ਨੇ। ਤੇ ਕਈ ਆਉਂਦੇ ਨੇ ਜਿਹੜੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਚਰਨ ਪਹੁ ਲੈ ਕੇ ਗੁਰੂ ਸਾਹਿਬ ਦੇ ਸਿੱਖ ਬਣ ਜਾਂਦੇ ਨੇ। ਗ੍ਰਾਮ ਨਗਰ ਰਹੀ ਨਰ ਜੇਤੇ, ਸ੍ਰੀ ਗੁਰ ਕੀਰਤ ਕਰਹੀ ਤੇਤੇ। ਜਿੰਨੇ ਵੀ ਸ਼ਹਿਰਾਂ ਦੇ ਵਿੱਚ ਹੋਣ ਚਾਹੇ ਪਿੰਡਾਂ ਦੇ ਵਿੱਚ ਹੋਣ ਲੋਕ, ਜਿੱਥੇ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਕਿਸੇ ਨੇ ਨਾਂ ਸੁਣਿਆ ਸਾਰੇ ਗੁਰੂ ਸਾਹਿਬ ਦਾ ਜਸ ਗਾਉਂਦੇ ਨੇ। ਬ੍ਰਹਮਚਾਰੀ ਬੈਰਾਗੀ ਜੋ, ਜੋਗੇ ਸੰਨਿਆਸੀ ਹੈ ਕੋ। ਕੇਵਲ ਹਿੰਦੂ ਤੇ ਮੁਸਲਮਾਨ ਹੀ ਨਹੀਂ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਕੋਈ ਬ੍ਰਹਮਚਾਰੀ ਹੋਵੇ, ਭਾਵੇਂ ਕੋਈ ਬੈਰਾਗੀ ਹੋਵੇ, ਕੋਈ ਜੋਗੀ ਹੋਵੇ ਚਾਹੇ ਸੰਨਿਆਸੀ ਹੋਵੇ, ਊਚ ਕੇ ਨੀਚ ਰਾਏ ਕੈ ਰੰਕਾ। ਸੋ ਜਸ ਉਚਾਰੇ ਸਭ ਕਲਕੰਕਾ। ਕਹਿੰਦੇ ਚਾਹੇ ਕੋਈ ਲੋਕਾਂ ਦੇ ਬਣਾਈ ਹੋਈ ਜਾਤ ਦੇ ਮੁਤਾਬਕ ਕੋਈ ਨੀਚ ਹੈ ਚਾਹੇ ਊਚ ਹੈ, ਕੋਈ ਰਾਜਾ ਹੈ ਚਾਹੇ ਕੋਈ ਰਾਣਾ ਹੈ, ਚਾਹੇ ਕੋਈ ਰੰਕ ਹੈ, ਰਾਜਾ ਹੋਵੇ ਚਾਹੇ ਪ੍ਰਜਾ ਹੋਵੇ, ਕਹਿੰਦੇ ਹਰ ਕੋਈ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਗਾਉਂਦਾ ਹੈ। ਪੰਡਤ ਅਪਰ ਅਪੰਡਤ ਜਹ ਤਹਿ, ਸ੍ਰੀ ਗੁਰ ਕੀਰਤ ਕਰਹੀ ਮਹਿ। ਜਿੱਥੇ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਗਏ ਜਾਂ ਜਿੱਥੋਂ ਜਿੱਥੋਂ ਤੱਕ ਧੰਨ ਗੁਰੂ ਨਾਨਕ ਸਾਹਿਬ ਦਾ ਕਿਸੇ ਨੇ ਨਾਂ ਸੁਣਿਆ, ਚਾਹੇ ਉਹ ਪੜ੍ਹਿਆ ਲਿਖਿਆ ਵਿਦਵਾਨ ਪੰਡਤ ਸੀ ਤੇ ਚਾਹੇ ਕੋਈ ਬਿਲਕੁਲ ਅਨਪੜ੍ਹ ਹੈ, ਪਰ ਹਰ ਕੋਈ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਧੰਨ ਕਹਿ ਰਿਹਾ ਹੈ। ਪੁਰ ਕਰਤਾਰ ਵਿਖੇ ਨਰ ਨਾਰੀ, ਰਹਿ ਸਦੇਵ ਭੀਰ ਪਰ ਭਾਰੀ। ਕਹਿੰਦੇ ਕਰਤਾਰਪੁਰ ਦੇ ਵਿੱਚ ਫਿਰ ਸਿੱਖ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਆਉਂਦੀਆਂ ਨੇ। ਦਿਨ ਰਾਤ ਉੱਥੇ ਮੇਲੇ ਦੀ ਤਰ੍ਹਾਂ ਜਿਹੜੀ ਭੀੜ ਲੱਗਦੀ ਹੈ। ਸਵਾ ਜਾਮ ਨਿਸ ਰਹੇ ਸਦਾਈ, ਹੋਤ ਕੀਰਤਨ ਸਭ ਸੁਖਦਾਈ। ਕਹਿੰਦੇ ਨਿਤ ਹਰ ਰੋਜ਼ ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਰਹਿੰਦੇ ਆ, ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ। ਪਹਿਰ ਨਿਸਾਸੋ ਸੰਗਤ ਮੇਲਾ, ਸ਼ਬਦ ਵਿਚਾਰਨ ਹੋਤ ਸੁਹੇਲਾ। ਸ਼ਬਦ ਆਸਾ ਕੀ ਵਾਰ ਦੇ ਕੀਰਤਨ ਤੋਂ ਬਾਅਦ ਸ਼ਬਦਾਂ ਦੀ ਵਿਚਾਰ ਹੁੰਦੀ ਹੈ। ਇਸੇ ਤਰ੍ਹਾਂ ਰਾਤ ਨੂੰ ਵੀ ਜਦੋਂ ਰਾਤ ਪੈਂਦੀ ਸ਼ਾਮ ਨੂੰ ਪਹਿਰ ਰਾਤ ਤੱਕ ਸੰਗਤ ਦਾ ਜੋੜ ਮੇਲਾ ਲੱਗਿਆ ਰਹਿੰਦਾ ਹੈ, ਜਿੱਥੇ ਗੁਰੂ ਕੇ ਬਹੁਤ ਸਾਰੇ ਸਿੱਖ ਸਤਿਗੁਰ ਦੇ ਸ਼ਬਦਾਂ ਨੂੰ ਯਾਦ ਵੀ ਕਰਦੇ ਨੇ। ਫਿਰ ਸੰਗਤ ਵਿੱਚ ਬੈਠ ਕੇ ਕਥਾ ਹੁੰਦੀ ਹੈ। ਸ਼ਬਦ ਵਿਚਾਰਨ ਹੋਤ ਸੁਹੇਲਾ। ਗੁਰੂ ਕੇ ਸਿੱਖ ਆਪ ਹੀ ਸ਼ਬਦ ਪੜ੍ਹਦੇ ਨੇ, ਉਹਨਾਂ ਦੀਆਂ ਵਿਚਾਰਾਂ ਕਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਵਿਚਾਰਾ ਕਰ ਕਰਕੇ ਸੁਣਾਉਂਦੇ ਨੇ। ਏਕ ਬਾਲ ਕੋ ਕੀਰਤਨ ਕਾਲਾ, ਸੁਣਤ ਰਹਿ ਕਰ ਪ੍ਰੇਮ ਵਿਸਾਲਾ। ਕਹਿੰਦੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਸ਼ੁਰੂ ਹੋਣਾ, ਤੇ ਇੱਕ ਬੱਚਾ ਜਿਹੜਾ ਸੀ ਬੜੇ ਪ੍ਰੇਮ ਦੇ ਨਾਲ ਬੈਠ ਕੇ ਪੂਰੀ ਆਸਾ ਕੀ ਵਾਰ ਦਾ ਕੀਰਤਨ ਸੁਣਦਾ ਸੀ। ਅੰਮ੍ਰਿਤ ਵੇਲੇ ਆ ਜਾਂਦਾ ਸੀ। ਪ੍ਰਭ ਪਿੱਛੇ ਠਾਡੇ ਹੈ ਵਿੱਚ ਸੋਏ, ਭੋਗ ਕੀਰਤਨ ਕੋ ਜਬ ਹੋਏ। ਜਦੋਂ ਆਸਾ ਕੀ ਵਾਰ ਦਾ ਕੀਰਤਨ ਦਾ ਭੋਗ ਪਾਇਆ ਜਾਂਦਾ ਸੀ, ਇਹ ਬਾਲਕ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਦੇ ਪਿਛਲੇ ਪਾਸੇ ਹੱਥ ਜੋੜ ਕੇ ਖੜਾ ਹੁੰਦਾ ਸੀ ਅਰਦਾਸ ਦੇ ਵਿੱਚ। ਬੰਧਨ ਕਰਕੇ ਸਦਨ ਸਿਧਾਵੈ, ਇਸ ਬਿਦ ਨਿਤਾ ਪ੍ਰਤ ਸੋ ਆਵੈ। ਅਰਦਾਸ ਦੇ ਬਾਅਦ ਜਦੋਂ ਸਿਰ ਝੁਕਾਇਆ ਜਾਂਦਾ ਸੀ, ਇਹ ਧੰਨ ਬੱਚਾ ਜਿਹੜਾ ਹੈ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਨਾ ਇਹ ਉੱਥੋਂ ਵਾਪਸ ਆ ਜਾਂਦਾ ਸੀ, ਆਪਣੇ ਘਰ ਚਲਾ ਜਾਂਦਾ ਸੀ। ਇਸ ਬਿਦ ਨਿਤਾ ਪ੍ਰਤ ਸੁਆਵਾ, ਇੱਕ ਦਿਨ ਨਹੀਂ ਬਿਨਾਂ ਨਾਗੇ ਤੋਂ ਹਰ ਰੋਜ਼ ਇਹ ਬਾਲਕ ਹੁੰਦਾ ਹੈ। ਇੱਕ ਦਿਨ ਸ੍ਰੀ ਗੁਰ ਬੈਣ ਬਖਾਨੇ, ਬਾਰਕ ਕੋ ਘਰ ਦੇਹੁ ਨ ਜਾਣੇ। ਕਿਉਂਕਿ ਆਸਾ ਕੇ ਵਾਰ ਦਾ ਭੋਗ ਪਾਇਆ ਜਾਂਦਾ ਸੀ, ਉਸ ਤੋਂ ਬਾਅਦ ਵਿੱਚ ਗੁਰੂ ਸਾਹਿਬ ਜੀ ਕੁਝ ਬਚਨ ਬਲਾਸ ਵੀ ਕਰਦੇ ਸਨ।
पर यह बालक आसा के वार के भोग तो बाद घर चला जाता सी। कई दिन तो बाद सतगुरु धन गुरु नानक साहब ने बचन कहे भी सिखो अज बच्चा आवेगा, इनू घर नहीं जान देना, इनू रोक के रखियो, इहदे नाल कोई गलबात करनी है। सिखण कह कै तेह तत्काला, ठंड होके नह दूर कृपाला। उस तो अगले दिन जो बच्चा आया, आसा के वार का भोग पाया, नमस्कार करके वापस घर नूं चलिया ते दो सिखां ने रोक लिया। इत्थे शब्द पढ़िया कि फड़ लिया, चलो बाद तो फड़िया भी होगा। उस बच्चे नूं समझाया, रोकिया कि सतगुरु धन गुरु नानक साहब जी ने थोड़ी देर बाद इत्थों विहले होना है और गुरु साहब का हुक्म है, अज उन्होंने दर्शन करके जाए, मिल के जाए। उस बच्चे नूं रोक लिया गया। बालक को बूझन कियो क्यों निंद्रा को त्याग। सतगुरु जी जदों संगत वालों बचन बिलास करके उधरों वेले हुए, फिर इस बालक नूं मिले ते धन गुरु नानक साहब सच्चे पातशाह जी ने इस बच्चे नूं पुछया, कहंदे है बालक भी तू पैर रात रहिंदे उठना है, अद्धे रात नूं अपनी नींद छड्डना है। सवा जामनिस रहे ते कर आवत अनुराग, कि सवा पैर रात रहिंदे ही अमृत वेले धोना और बड़े प्यार नाल लाउणा। कई दिन तो लगातार ही आ रहे हैं। हास खेल पुन समन सुखारे, बाल बास मह इन सो प्यारे। हुण सतगुरु जी इस बालक के अंदर की गल सुननी भी चाहुंदे ने, जानते भी ने, और सिख संगतां नूं पता लगे इस करके बालक के मूँह सुननी चाहुंदे ने। सतगुरु जी कहते ने ये जिहड़ी उम्र है, बाल बैस मह इन सो प्यारे, ये बच्चों वाली उम्र, इन्हां विच ते प्यार हुंदा हसना खेडना। बच्चों का प्यार हुंदा बस केवल खाना ते पीना जा सोना। सो तज के सत संगत माही, आवत वक्त कुसावत नाही। तो वो हसना खेडना खाना पीना सब कुछ छड्ड के, जो कुछ बच्चों को चंगा लगता वो छड्ड के, अपनी नींद छड्ड के इत्थे सत संगत विच आउणा। और ये समा भी कदे नहीं खिजाउंदा, हर रोज़ समय सिर ही आउणा है। बालक तब ही द्वै कर जोरे, कहन लग्यो सुनिए प्रभ मोरे। कहंदे इस बच्चे ने दोवें हाथ जोड़े ते हाथ जोड़ के कहन लगा, है सतगुरु फिर सुनो कि मैं हर रोज़ अमृत वेले किया हूँ, रात को नींद ही नहीं पैंदी। अमृत वेले अपने आप जाग आउंदी ते क्यों आउंदी है। एक दिन माता मोहे पठाया, हित आहार पावक मंगवाया। ये बच्चा दसदा कि सतगुरु जी एक दिन मेरी माँ ने भोजन तैयार करना सी, और माँ ने मैनू आवाज़ मार के कहा कि वो सामने अग बलदी है, उतों अग लैके आ, इस चुल्हे में अग बलनी है, अग बाल। बहुरो मुझते जाए न बारी, तब माता अस गिरा उचारी। सतगुरु जी दूसरे चुल्हे विचों अग चुक के मैं चुल्हे दे विच रख ते दित्ती, पर क्यों अग बालनी सी मेरे तो बले ना। ते माँ ने आवाज़ मार के फिर क्या कि पुत्र जे अग बालनी है ना, छोटे समदा ऊपर पाए, तिन पर दीर्घ दीजा लाए। ते इस अग के उत्ते पहले छोटिया छोटिया बरीक बरीक लकड़ा रख, छोटिया लकड़ा नूं अग छेती लगेगी, छोटिया के उत्ते फिर वड्डिया लकड़ा रखी, फिर अग सौखी बलेगी। सुन कै सीख बार मैं दिनी, पिखे गिणती और भई नवीनी। माँ की यह सिक्ख्या सुन के अग तो मैं बाल दी, छोटिया लकड़ा पहलों रखियां, उन्होंने वेख्या कि अग भी बड़ी छेती लगी, पर इस अग बालदी हुई नूं वेख के, अग नूं बाल के मन दे विच एक नवां विचार आ गया
क्योंकि जदों कुछ सीखना होवे ना तो सिख हर एक छोटे तो छोटे काम तो भी सीखी जा सकती है। वो सीखिया ये कह लिया कि जिन्होंने लोग गंदे तो गंदा काम करते हैं, जिन्हें सीखना हो गंदगी के विचों भी बड़ा कुछ सीख जाता है। पर खिमा करना जिनके अंदर चलते विकार हो, और बहुत सारी ऐसी भीड़ है कि रहन सभाई कीर्तन हो, नगर कीर्तन हो, उन्होंने संगतां की भीड़ तो बथेरी है, पर जिन्हों के अंदर ही मैल दे नाल भरे ने उन्होंने उत्थों भी कुछ नहीं सीखना, उत्थों भी केवल विकार इकट्ठे करके ले जाने ने। हुणे बालक कहता कि उस अग दे विचों मैनूं सिक्ख्या मिली, तो किवें दी सिक्ख्या मिली जी? एक सम सुन कै सीख बार मैं दीनी, भिख गिणती और भई नवीनी, अगन काल को एक सुभाऊ, सिक्ख्या ये मिली, विचार नवी ये आई कि अगन काल को एक सुभाऊ। अग का तो काल का सुभाव इक्को जी है, अग भी साड़ के खत्म करती है, तो काल कहते हैं मौत नूं, मौत भी खत्म करती है। हुण अग बलदी होवे वो छोटिਆਂ ਨੂੰ ਪਹਿਲੋਂ सड़ती है, तो बख्शदी वड्डिਆਂ ਨੂੰ भी नहीं। छोटा बड़ा ना जानत काऊ, बलदी हुई अग छोटे वड्डे की फिर परवाह नहीं करती। बलदी होवे उहदे च चाहे छोटी पाओ लकड़ ते वड्डी पाओ, उन्हें साड़ी देना है। एक सम सबको खाए सुजाई, नह कैसे हूँ हूत बचाई, अग दे विच पई हुई लकड़ ते सड़ी ही जानी है, ये अग का सुभाव है। पर मौत का सुभाव भी इस तरह का, और मौत ने ये नहीं वेखना अग तो हले छोटिया लकड़ों को सगों पहलों साड़ती है, तो मौत ने तो यह भी नहीं देखना कि इनकी उम्र छोटी है कि इनकी उम्र 100 साल की है। मौत के सामने तो सारा कुछ बराबर ही है। तुमरे दर्शन केर प्रभावा, अस विचार मेरे मन आवा। सतगुरु जी ये तुहाडे दर्शन करन करके मेरे अंदर इवें दा प्रभाव आया, अग नूं वेख के विचार आई कि जे अग छोटियां लकड़ां नूं पहलों साड़दी तो साडी किहड़ी गारंटी है कि असीं 100 साल दे हो के मरना है। ये मौत हो सकता छोटियां लकड़ां वांगू मैनूं पहलों खत्म करे। संग मात के यस मैं प्राही, तरुण बैस होवे कै नाही। ते सतगुरु जी ये बचन मैं अपनी माता नाल भी साझे कीते, मां नूं भी कहे कि मां पता नहीं मैं जवान होवांगा कि नहीं, क्योंकि लकड़ां नूं वेख के लग्या कि लकड़ां छोटियां पहलों सड़ गईयां ने, ते मेरी किहड़ी गारंटी कि मैं वड्डा होवां कि ना होवां। को जाने लगू ही मर जाऊं, ताते श्री प्रभु के गुण गावूं। ते मां ये किहड़ा जानदा है कोई कि छोटी उम्र ही मर जावां। इस करके सानू उस प्रभु के गुण गाने चाहिए ने, कोई पता नहीं, क्योंकि बहुत सारे का सवाल भी ये हुंदा, ते जे सवाल करिए कोई जवाब भी उही हुंदा है भी खंडे बाटे की पौड़ छक लो। कोई नहीं, हुण धीआं पुत्र विआह के छकांगे, खंडे बाटे की पौड़ छक लो। कोई नहीं, हुण पुत पोतरे अगे हो जाण, दोते खड़ा के फिर देख लेंगे, इधरों वेले हो जाइए फिर वेख लेंगे, क्योंकि पटा लिखाया ना 100 साल तो पहलों तो जाना कोई नहीं। पर इस बालक नूं समझ लग गई, और खिमा करना धन गुरु नानक देव सच्चे पातशाह जी की बाणी 550 साल गुरु साहब जी पहलों कह के गए, शायद सानू समझ नहीं लगी कि हम आदमी हाँ एकदमी, मोहलत मोहत न जाना। भाई तू वड्डियां वड्डियां अगे गल्लां करना कि फिर वेख लवांगे, कल किन्ने देखी है। और सतगुरु की बाणी कहते, दुनिया के विद्वान भी कहते हैं, और आप भी कदे विचार करके देखियो, ਜਿਹੜੇ गल कल ਦੇ ਛੱਡਦੇ ਨੇ ना कि कल छक लवांगे, वो कल अज तक तो कदे नहीं आई, और रहिंदे दुनिया में वो कल कदे आनी नहीं, क्योंकि जिदन बंदे कोल आया सिर्फ अज ही आया है। हुण कल शब्द आप वरत ते लवांगे, पर कल
ਕਿਤੇ ਕੱਲ ਤਰੀਕ ਤੇ ਬਦਲ ਜਾਏਗੀ, ਪਰ ਹੋਵੇਗਾ ਉਦੋਂ ਵੀ ਅੱਜ ਹੀ। ਹੁਣ ਉਹ ਬਾਲਕ ਕਹਿ ਰਿਹਾ ਕਿ ਇਹ ਮੈਨੂੰ ਸਮਝ ਲੱਗ ਗਈ, ਮੈਂ ਮਾਂ ਦੇ ਨਾਲ ਇਹ ਬਚਨ ਮਾਂ ਨੂੰ ਕਹੇ ਕਿ ਮਾਂ ਜਵਾਨ ਹੋਣਾ ਕਿ ਪਤਾ ਨਹੀਂ ਬਚਪਨ ਵਿੱਚ ਮਰ ਜਾਣਾ ਹੈ। ਇਸ ਕਰਕੇ ਮਾਂ ਤੈਨੂੰ ਵੀ ਚਾਹੀਦਾ ਤੇ ਮੈਨੂੰ ਵੀ ਚਾਹੀਦਾ, ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਚਾਹੀਦਾ ਹੈ। ਇਹ ਧੰਨ ਗੁਰੂ ਨਾਨਕ ਸਾਹਿਬ ਜੀ ਤੁਹਾਡਾ ਨਾਂ ਸੁਣ ਕੇ, ਤੁਹਾਡੀ ਸੰਗਤ ਤੋਂ ਸ਼ੋਭਾ ਸੁਣ ਕੇ ਇਵੇਂ ਦੇ ਵਿਚਾਰ ਮਨ ਵਿੱਚ ਆਏ। ਜਾਨ ਕਾਲ ਕੋ ਡਰ ਸਿਰ ਭਾਰੇ, ਪਰਿਓ ਰਹੋ ਮੈਂ ਸ਼ਰਨ ਤੁਮਾਰੀ। ਸਤਿਗੁਰੂ ਜੀ ਬਸ ਇਹ ਸਮਝ ਲਓ ਕਿ ਉਸ ਮੌਤ ਦੇ ਡਰ ਕਰਕੇ ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਹਰ ਰੋਜ਼ ਅੰਮ੍ਰਿਤ ਵੇਲੇ ਇਸੇ ਕਰਕੇ ਉਹਨਾਂ ਕਿ ਜਿੰਨੇ ਕੁ ਹੋ ਸਕੇ ਉਸ ਪਰਮਾਤਮਾ ਦੇ ਸਿਫਤ ਸਲਾਹ ਵਾਲੇ ਕੁਝ ਬੋਲ ਸੁਣ ਲਈਏ, ਕੁਝ ਉਹਦੀ ਬੰਦਗੀ ਸਿਮਰਨ ਕਰ ਲਈਏ, ਤੁਹਾਡੀ ਸ਼ਰਨ ਫੜੀ ਹੈ। ਤਜ ਕੈ ਨੀਂਦ ਸੁਣੋ ਪ੍ਰਭ ਗਾਥਾ, ਅਸ ਕਹਿ ਪੁਣ ਬੰਦੇ ਜਗਨਾਥਾ। ਹੁਣ ਉਹ ਬਾਲਕ ਹੱਥ ਜੋੜ ਕੇ ਕਹਿੰਦਾ ਹੈ ਜਗਤ ਦੇ ਮਾਲਕ ਸਤਿਗੁਰੂ ਜੀ, ਬਸ ਇਸੇ ਤਰ੍ਹਾਂ ਦੇ ਵਿਚਾਰ ਜਦੋਂ ਮਨ ਦੇ ਵਿੱਚ ਆਵੇ ਔਰ ਮੌਤ ਸਾਹਮਣੇ ਦਿਸਦੀ ਹੋਵੇ ਤੇ ਫਿਰ ਨੀਂਦ ਆਉਂਦੀ ਕਿੱਥੇ ਹੈ। ਨੀਂਦ ਮੈਂ ਛੱਡਦਾ ਨਹੀਂ, ਇਹ ਕਹਿ ਲਈ ਕਿ ਉਸ ਮੌਤ ਦੇ ਭੈ ਕਰਕੇ ਨੀਂਦ ਆਪਣੇ ਆਪ ਭੱਜ ਜਾਂਦੀ ਹੈ। ਉਹ ਹਕੀਕਤ ਹੈ। ਗੁਰੂ ਸਾਹਿਬ ਜੀ ਨੇ ਬਾਰ-ਬਾਰ ਸਮਝਾਇਆ ਇਹ ਕਿ ਉਸ ਮੌਤ ਨੂੰ ਚੇਤੇ ਰੱਖੋ। ਮੌਤ ਚੇਤੇ ਰਹੇਗੀ ਤੇ ਰੱਬ ਚੇਤੇ ਰਹੇਗਾ। ਜਦੋਂ ਬੰਦਾ ਯਤਨ ਕਰਦਾ ਮੌਤ ਤੋਂ ਦੂਰ ਭੱਜਣ ਦਾ, ਮੌਤ ਦਾ ਭੁਲਾਉਣ ਦਾ, ਉਵੇਂ ਰੱਬ ਵਿਸਰਦਾ ਹੈ। ਤੇ ਜਿਨ ਸੰਗਤ ਸੁਣ ਸਿਸ ਬਾਨੀ, ਸਰਬ ਰਹੇ ਹਿਰਦੈ ਬਿਸਮਾਨੀ। ਇਸ ਛੋਟੇ ਜਿਹੇ ਬੱਚੇ ਦੇ ਏਡੀ ਵੱਡੀ ਵਿਚਾਰ ਸੁਣ ਕੇ, ਔਰ ਬਹੁਤ ਵੱਡੀ ਵਿਚਾਰ ਹੈ ਔਰ ਕ੍ਰਾਂਤੀਕਾਰੀ ਹੈ। ਸਾਰੇ ਸੰਗਤ ਵੇਖ ਕੇ ਹੈਰਾਨ ਵੀ ਹੋਏ ਕਿ ਇਵੇਂ ਦੀ ਗੱਲ ਕਦੇ ਸਾਨੂੰ ਸਮਝ ਨਹੀਂ ਆਈ। ਅਲਪ ਬੈਸ ਸਤ ਸੰਗਤ ਮਝਾਰੀ, ਨਿਰਮਲ ਕੀਨੀ ਸਮਤ ਵਿਚਾਰੀ। ਕਿ ਛੋਟੀ ਜਿਹੀ ਉਮਰ ਵਿੱਚ ਇਹਨੇ ਸੰਗਤ ਵਿੱਚ ਆ ਕੇ ਬੈਠ ਕੇ ਸੰਗਤ ਵਿੱਚੋਂ ਆਪਣੀ ਮੱਤ ਜਿਹੜੀ ਇੰਨੀ ਨਿਰਮਲ ਕਰ ਲਈ, ਇੰਨੀ ਸਮਝ, ਏਡਾ ਵੱਡਾ ਗਿਆਨ ਇਹਦੇ ਕੋਲ ਆ ਗਿਆ ਹੈ। ਉਰੇ ਤੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਇੱਕ ਪਾਵਨ ਸ਼ਲੋਕ ਵੀ ਉਚਾਰਿਆ। ਉਸ ਸ਼ਲੋਕ ਦੇ ਅਖਰੀ ਅਰਥ ਆਪਾਂ ਕੱਲ੍ਹ ਕਰਾਂਗੇ ਸਮੇਂ ਦੇ ਮੁਤਾਬਕ। ਇਤਨੀ ਬੇਨਤੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਰਸਨਾ ਨੂੰ ਪਵਿੱਤਰ ਕਰੀਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।